Hello, good morning everyone. Today we will read chapter number 3 of English from 8th standard, that is the aged mother. Let's start. ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਉਸ ਦਾ ਲੈਸਨ ਨੰਬਰ 3 ਦੀ ਏਜਡ ਮਦਰ ਅਰਥਾਤ ਬਜ਼ੁਰਗ ਮਾਂ। ਆਓ ਉਸ ਦੀ ਐਕਟੀਵਿਟੀ ਨੰਬਰ 1 ਪ੍ਰੀ ਰੀਡਿੰਗ ਕਰੀਏ। ਬੱਚੋ ਇਸ ਲੈਸਨ ਵਿੱਚ ਤੁਹਾਨੂੰ ਬਹੁਤ ਸਾਰੇ ਸ਼ਬਦ ਨਵੇਂ ਅੰਗਰੇਜ਼ੀ ਦੇ ਸਿੱਖਣ ਨੂੰ ਮਿਲਣਗੇ। ਸੋ ਇਹ ਲੈਸਨ ਵਿੱਚ ਬਹੁਤ ਸਾਰੇ ਸ਼ਬਦ ਨਵੇਂ ਨੇ। ਸੋ ਤੁਸੀਂ ਜਦੋਂ ਮੈਂ ਲੈਸਨ ਕਰਾਂਗਾ ਉਦੋਂ ਵੀ ਬੜੇ ਧਿਆਨ ਨਾਲ ਸੁਣਨਾ ਤੇ ਜਿਹੜੀ ਪ੍ਰੀ ਰੀਡਿੰਗ ਵਿੱਚ ਮੈਂ ਤੁਹਾਨੂੰ ਸ਼ਬਦਾਂ ਦੇ ਅਰਥ ਦੱਸਣ ਜਾ ਰਿਹਾ ਇਹਨੂੰ ਵੀ ਬੜੇ ਧਿਆਨ ਦੇ ਨਾਲ ਸੁਣੋ ਤੇ ਨਾਲ ਨਾਲ ਮੈਂ ਉਹਨਾਂ ਦੇ ਸਮਾਨਾਰਥਕ ਸ਼ਬਦ ਵੀ ਤੁਹਾਡੇ ਲਈ ਦੇ ਦਿੱਤੇ ਨੇ। ਤੁਸੀਂ ਉਹਨਾਂ ਸਾਰਿਆਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲੈਣਾ ਤੇ ਇਸ ਢੰਗ ਦੇ ਨਾਲ ਤੁਹਾਡੀ ਜੋ ਵੋਕੈਬਲਰੀ ਹੈਗੀ ਹੈ, ਜੋ ਸ਼ਬਦਾਂ ਦਾ ਭੰਡਾਰ ਹੈ, ਉਹ ਬਹੁਤ ਵੱਡਾ ਹੋ ਜਾਏਗਾ। ਸੋ ਆਓ ਸ਼ੁਰੂ ਕਰੀਏ। ਤੇ ਬੱਚੋ ਮੈਂ ਦੱਸ ਦਵਾਂ ਇਸੀ ਚੈਨਲ ਦੇ ਉੱਤੇ ਤੁਸੀਂ ਤਿੰਨ ਪਲੇਲਿਸਟ ਦੀ ਫੋਲੋਇੰਗ ਵਰਡਸ ਇਨ ਆ ਡਿਕਸ਼ਨਰੀ ਹੇਠ ਲਿਖੇ ਸ਼ਬਦਾਂ ਨੂੰ ਸ਼ਬਦਕੋਸ਼ ਵਿੱਚੋਂ ਲੱਭੋ, ਉਹਨਾਂ ਵਿੱਚ ਦੇਖੋ। ਯੂ ਸ਼ੁੱਡ ਸੀਕ ਦੀ ਫੋਲੋਇੰਗ ਇਨਫੋਰਮੇਸ਼ਨ, ਤੁਹਾਨੂੰ ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਅਬਾਊਟ ਦੀ ਵਰਡਸ, ਇਹਨਾਂ ਸ਼ਬਦਾਂ ਬਾਰੇ। ਐਂਡ ਪੁੱਟ them in your words notebook, ਅਤੇ ਉਹ ਸਾਰੀ ਜਿਹੜੀ ਜਾਣਕਾਰੀ ਹੈ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲੈਣੀ ਹੈ। ਸੋ ਕਿਹੜੀਆਂ ਤਿੰਨ ਜਾਣਕਾਰੀਆਂ? ਇੱਕ ਤੇ ਮੀਨਿੰਗ ਆਫ ਦਾ ਵਰਡ ਐਜ਼ ਯੂਜ਼ਡ ਇਨ ਦੀ ਲੈਸਨ, ਐਡਜੈਕਟਿਵ, ਨਾਊਨ, ਵਰਬ। ਪਿਛਲੇ ਲੈਸਨ ਵਿੱਚ ਬੱਚੇ ਤੁਹਾਨੂੰ ਦੱਸਿਆ ਮੈਂ ਕਿ ਇੱਕ ਸ਼ਬਦ ਜਿਹੜਾ ਹੈ ਉਹ ਐਡਜੈਕਟਿਵ ਦੇ ਤੌਰ ਤੇ, ਨਾਊਨ ਦੇ ਤੌਰ ਤੇ, ਐਡਵਰਬ ਦੇ ਤੌਰ ਤੇ ਵੀ ਆ ਸਕਦਾ ਹੈ। ਲੈਸਨ ਨੰਬਰ 2 ਵਿੱਚ ਜਿਹੜਾ ਅਸੀਂ ਸ਼ਬਦਾਂ ਦੇ ਭੰਡਾਰ ਨੂੰ ਅਸੀਂ ਵੰਡ ਕੀਤੀ ਸੀ ਨਾਊਨ, ਪ੍ਰੋਨਾਊਨ, ਐਡਜੈਕਟਿਵ, ਐਡਵਰਬ ਵਗੈਰਾ ਵਿੱਚ। ਸੋ ਇਸ ਕਰਕੇ ਕਹਿੰਦੇ ਨੇ ਵੀ ਦੱਸੋ ਕਿ ਉਹਦਾ ਸ਼ਬਦ ਹੈ ਬਤੌਰ ਐਡਜੈਕਟਿਵ ਆਇਆ ਹੈ, ਨਾਊਨ ਆਇਆ ਹੈ ਜਾਂ ਵਰਬ ਆਇਆ ਹੈ। ਠੀਕ ਹੈ, ਇਹ ਵੀ ਦੱਸਾਂਗੇ ਤੁਹਾਨੂੰ। ਪ੍ਰੋਨਾਊਂਸੀਏਸ਼ਨ ਉਹ ਜਿਹੜੇ ਮੈਂ ਬੋਲਾਂਗਾ ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਤੇ ਸਪੈਲਿੰਗਸ ਵੀ ਉਹ ਮੈਂ ਸ਼ਬਦ ਲਿਖੇ ਹੀ ਹੋਏ ਨੇ, ਤੁਹਾਡੀ ਕਿਤਾਬ 'ਚ ਵੀ ਲਿਖੇ ਨੇ ਤੇ ਉਹ ਤੁਸੀਂ ਆਪ ਲਿਖ ਕੇ ਬਿਨਾਂ ਦੇਖੇ ਅਭਿਆਸ ਕਰਕੇ ਸਪੈਲਿੰਗ ਜਿਹੜੇ ਨੇ ਉਹ ਪੱਕੇ ਕਰਨੇ ਨੇ। ਸੋ ਸ਼ੁਰੂ ਕਰੀਏ। ਸੋ ਪਹਿਲਾ ਵਰਡ ਹੈ ਬੱਚੋ ਡਿਸਪੋਟਿਕ। ਡਿਸਪੋਟਿਕ ਬਣਿਆ ਡਿਸਪੋ, TESPOT, ਅਰਥਾਤ ਡਿਸਪੋਟਿਕ ਮਤਲਬ ਆਪ ਹੁਦਰਾ, ਨਿਰੰਕੁਸ਼, ਜੇ ਤੇ ਕੋਈ ਪੁੱਛ ਗਿੱਛ ਨਾ ਹੋਵੇ, ਕੋਈ ਸਵਾਲ ਕਰਨ ਵਾਲਾ ਨਾ ਹੋਵੇ, ਤਾਨਾਸ਼ਾਹ। ਸੋ ਇਹ ਰਵੱਈਆ ਜਿਹੜਾ ਹੁੰਦਾ ਅਸੀਂ ਕਹਿੰਦੇ ਡਿਸਪੋਟਿਕ ਰੂਲਰ, ਤਾਨਾਸ਼ਾਹ ਰਾਜਾ, ਇਹ ਐਡਜੈਕਟਿਵ ਹੈਗਾ। ਠੀਕ ਹੈ, ਸੋ ਇਹਦੇ ਲਈ ਹੋਰ ਸ਼ਬਦ ਕਿਹੜੇ ਨੇ? ਅਥੋਰੀਟੇਰੀਅਨ, ਅਨਡੈਮੋਕ੍ਰੈਟਿਕ, ਗੈਰ ਲੋਕਤੰਤਰਿਕ, ਟਾਇਰੈਨੀਕਲ, ਜ਼ਾਲਮ, ਡਿਕਟੇਟੋਰੀਅਲ, ਅਰਥਾਤ ਜੋ ਮੈਂ ਹੁਕਮ ਦੇਤਾ ਉਹ ਲਾਗੂ ਹੋ ਕੇ ਹੀ ਰਹੇਗਾ। ਸੋ ਇਹ ਇਹੋ ਜਿਹੀ ਬਿਰਤੀ ਜਿਹੜੀ ਹੈ, ਇਹੋ ਜਿਹੀ ਜਿਹੜੀ ਸੋਚ ਹੈ ਉਹਨੂੰ ਕਿਹਾ ਜਾਂਦਾ ਡਿਕਟੇਟੋਰੀਅਲ, ਅਥੋਰੀਟੇਰੀਅਨ, ਅਨਡੈਮੋਕ੍ਰੈਟਿਕ, ਟਾਇਰੈਨੀਕਲ, ਡਿਸਪੋਟਿਕ। ਠੀਕ ਹੈ, ਅਗਲਾ ਆ ਗਿਆ ਬੱਚੋ ਸਜੈਸਟਿਵ। ਸਜੈਸਟਿਵ ਦਾ ਮਤਲਬ ਸੰਕੇਤਕ, ਸੂਚਕ, ਕਿਸੇ ਗੱਲ ਵੱਲ ਇਸ਼ਾਰਾ ਕਰਦੇ ਹੋਏ। ਇਹ ਸ਼ਬਦ ਹਮੇਸ਼ਾ ਸਜੈਸਟਿਵ ਤੋਂ ਬਾਅਦ ਜ਼ਿਆਦਾਤਰ ਆਫ ਆਤਾ ਹੈ। ਇਟ ਇਜ਼ ਸਜੈਸਟਿਵ ਆਫ ਸਮਥਿੰਗ, your remarks are suggestive of this, your action is suggestive of this। ਠੀਕ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਇੰਡੀਕੇਟਿਵ ਜਾਂ tending to suggest, ਵੀ ਤੇਰੀ ਗੱਲ ਇਸ ਵਾਲੇ ਪਾਸੇ ਇਸ਼ਾਰਾ ਕਰ ਰਹੀ ਹੈ। ਸੋ ਅਸੀਂ ਕਹਾਂਗੇ ਵੀ your talk is suggestive of this। ਠੀਕ ਹੈ, ਫਿਰ ਅਗਰ ਫੀਲਿੰਗ, ਫੀਲਿੰਗ ਮੈਨੇ ਫੇਲ ਹੋਣ ਵਾਲੇ ਪਾਸੇ, ਅਰਥਾਤ ਕਮਜ਼ੋਰ ਹੁੰਦੀ, ਡਿੱਗਦੀ ਹੋਈ। ਜਗ੍ਹਾ ਫੇਲਿੰਗ ਹੈਲਥ, his health is failing, ਜਾਂ he is suffering from failing health, ਉਹ ਕਮਜ਼ੋਰ ਹੁੰਦੀ ਸਿਹਤ ਦਾ ਸ਼ਿਕਾਰ ਹੈ, ਉਹ ਤੋਂ ਦੁਖੀ ਹੈ। ਸੋ ਫੇਲਿੰਗ ਇਹ ਵੀ ਐਡਜੈਕਟਿਵ ਹੈ ਬੱਚਿਓ, ਅਰਥਾਤ ਅਨਸੈਟਿਸਫੈਕਟਰੀ, ਜੋ ਤਸੱਲੀ ਬਖਸ਼ ਨਹੀਂ ਹੈ। ਬਿਲੋ ਦੀ ਐਕਸੈਪਟੇਬਲ, ਐਕਸੈਪਟੇਬਲ ਦਾ ਮਤਲਬ ਹੈ ਪ੍ਰਵਾਨਯੋਗ, ਪਰਫਾਰਮੈਂਸ, ਜਿਹਦੀ ਪੱਧਰ ਪ੍ਰਵਾਨਯੋਗ ਨਾ ਹੋਵੇ, ਕਿਸੇ ਮਾਪਦੰਡ ਤੋਂ ਥੱਲੇ ਜਾਵੇ, ਥੱਲੇ ਜਾ ਰਹੀ ਹੋਵੇ, ਫੇਲਿੰਗ। ਠੀਕ ਹੈ, ਫੇਲ ਹੋਣ ਵਾਲੇ ਪਾਸੇ, ਡਿੱਗਦੀ ਹੋਈ, ਕਮਜ਼ੋਰ ਹੁੰਦੀ ਹੋਈ। ਠੀਕ ਹੈ, ਅੱਗੇ ਚਲੀਏ। ਪ੍ਰੋਮਪਟਡ, ਪ੍ਰੋਮਪਟ ਤੋਂ ਬਣਿਆ ਪ੍ਰੋਮਪਟਡ, ਸੈਕਿੰਡ ਫਾਰਮ ਹੈ, ਅਰਥਾਤ ਪ੍ਰੋਮਪਟ ਮੈਨੇ ਪ੍ਰੇਰਿਤ ਕਰਨਾ, ਟੁੰਬਣਾ, ਹੱਲਾਸ਼ੇਰੀ ਦੇਣੀ। ਠੀਕ ਹੈ, ਸੋ ਪ੍ਰੋਮਪਟਡ ਮੈਨੇ ਪ੍ਰੇਰਿਤ ਕੀਤਾ ਜਾਂ ਟੁੰਬਿਆ। ਇਹ ਜਿਲੇ ਬੱਚੇ ਹੁਣ ਸਾਰੇ ਨੋਟ ਕਰੀ ਜਾਓ ਤੇ ਜਿਲੇ ਮੈਂ ਤੁਹਾਨੂੰ ਲੈਸਨ ਨੂੰ ਕਰਾਵਾਂਗਾ, ਉਹਦੇ ਅਰਥ ਦੱਸਾਂਗਾ, ਐਕਸਪਲੇਨ ਕਰਾਂਗਾ, ਉਦੋਂ ਦੇਖੋ ਤੁਸੀਂ ਸਾਰੇ ਅਰਥ ਜਿਹੜੇ ਨੇ ਉੱਥੇ ਫਿੱਟ ਬੈਠਣਗੇ। ਠੀਕ ਹੈ, ਹੁਣ ਸਾਰੇ ਨੋਟ ਕਰ ਲਓ, ਬੜੇ ਦੇਖੋ ਸ਼ਬਦ ਬੜੇ ਕਾਉਂਦੇ ਨੇ ਸਾਰੇ। ਪ੍ਰੋਮਪਟਡ ਪ੍ਰੇਰਿਤ ਕੀਤਾ, ਟੁੰਬਿਆ, ਇਹ ਵਰਬ ਹੈ, ਕੀ ਕਿਰਿਆ ਹੈ, ਅਰਥਾਤ ਕਾਜ਼ਡ,
ਕਾਰਨ ਬਣਿਆ, ਮੋਟੀਵੇਟਡ ਪ੍ਰੇਰਿਤ ਕੀਤਾ, ਇੰਸਟੀਗੇਟਡ ਹੁਜ ਮਾਰੀ ਮਤਲਬ ਕਿ ਉਹਨੂੰ ਟੁੰਬਿਆ, ਉਹਨੂੰ ਉਕਸਾਇਆ, ਠੀਕ ਹੈ। ਬਾਰਬਰਸ, ਬਾਰਬਰਸ ਮਨੇ ਵੈਸ਼ੀ, ਨਿਰਦਈ, ਜ਼ਾਲਮ। ਇਹ ਦੇਖੋ ਬੱਚੋ, ਇਹ ਪੰਜਾਬੀ ਦੇ ਸ਼ਬਦ ਵੀ ਆਉਣੇ ਚਾਹੀਦੇ ਨੇ। ਪੰਜਾਬੀ ਦੇ ਸ਼ਬਦ ਜੇ ਆਉਂਦੇ ਹੋਣਗੇ ਫਿਰ ਤੁਹਾਡੇ ਲਈ ਅੰਗਰੇਜ਼ੀ ਦੇ ਸ਼ਬਦ ਚੇਤੇ ਕਰਨੇ ਸੌਖੇ ਹੋ ਜਾਣਗੇ। ਇਹ ਵੀ ਐਡਜੈਕਟਿਵ ਹੈ, ਇਹਨੂੰ ਅਸੀਂ ਕਹਿੰਦੇ ਬਰੂਟਲ, ਕਰੂਅਲ, ਵਿਸ਼ੀਅਸ। ਸੋ ਇਹਨਾਂ ਵਾਸਤੇ ਇਹ ਸਾਰੇ ਤਿੰਨੋਂ ਸ਼ਬਦ ਤੁਸੀਂ ਦੇਖੋ, ਇੱਕ ਸ਼ਬਦ ਰਾਹੀਂ ਤੁਸੀਂ ਕਿੰਨੇ ਕਿੰਨੇ ਸਾਰੇ ਹੋਰ ਸ਼ਬਦ ਵੀ ਸਿੱਖਦੇ ਪਏ ਹੋ। ਐਬੰਡਨਿੰਗ, ਐਬੰਡਨ ਦਾ ਮਤਲਬ ਹੁੰਦਾ ਹੈ ਤਿਆਗ ਦੇਣਾ, ਛੱਡ ਦੇਣਾ, ਖਹਿੜਾ ਛੁਡਾਉਣਾ। ਸੋ ਐਬੰਡਨਿੰਗ ਤਿਆਗਦੇ ਹੋਏ, ਖਹਿੜਾ ਛੁਡਾਉਣਾ ਮਤਲਬ ਕਿ ਇਹ ਵੈਸੇ ਐਬੰਡਨ ਦਾ ਮਤਲਬ ਤਿਆਗ ਦੇਣਾ ਤੇ ਖਹਿੜਾ ਛੁਡਾਉਣਾ ਹੈ। ਐਬੰਡਨਿੰਗ ਦਾ ਮਤਲਬ ਹੋ ਜਾਏਗਾ ਤਿਆਗ ਕਰਦੇ ਹੋਏ, ਤਿਆਗਦੇ ਹੋਏ ਜਾਂ ਖਹਿੜਾ ਛੁਡਾਉਂਦੇ ਹੋਏ। ਇਹ ਵਰਬ ਹੈਗੀ ਹੈ, ਠੀਕ ਹੈ। ਸੋ ਲੀਵਿੰਗ ਬਿਹਾਈਂਡ, ਪਿੱਛੇ ਛੱਡ ਕੇ ਆਉਣਾ, ਗਿਵ ਅਪ ਤਿਆਗ ਦੇਣਾ, ਫੋਰਸੇਕ ਖਹਿੜਾ ਛੁਡਾ ਲੈਣਾ, ਠੀਕ ਹੈ। ਸੋ ਵਿਡੋਡ, ਵਿਡੋਡ ਮਾਨੇ ਵਿਧਵਾ, ਐਡਜੈਕਟਿਵ ਹੈ। ਸਿੰਗਲ ਬਿਕੋਜ਼ ਆਫ ਡੈਥ ਆਫ ਹਸਬੈਂਡ, ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਕਰਕੇ ਹੁਣ ਇਕੱਲੀ ਰਹਿ ਗਈ ਹੈ, ਅਸੀਂ ਉਹਨੂੰ ਵਿਡੋ ਵੀ ਕਹਿ ਦਿੰਦੇ ਹਾਂ, ਵਿਡੋਡ ਵੀ ਕਹਿ ਦਿੰਦੇ ਹਾਂ, ਐਡਜੈਕਟਿਵ, ਠੀਕ ਹੈ, ਵਿਸ਼ੇਸ਼ਣ। और देखिए हम्बल, हम्बल का मतलब मस्कीन, निम्रता वाला, निमाणा। यह भी एडजेक्टिव है, लो कह दिंदे आ, लोली कह दिंदे आ, मॉडेस्ट भी कह दिंदे आ, ठीक है। रैकलेस, रैकलेस माने लापरवाह, ना गौलण वाला, बेध्याना, ना किसी गल नूं ना गौले, लापरवाह। यह भी एडजेक्टिव है, असीं कहना केयरलैस या हीडलैस, ठीक है। स्नैप, कड़ाक करके तोड़िया, स्नैप मैंने कड़ाक करके झटके ना तोड़ना। सो स्नैप्ड मैंने कड़ाक करके तोड़िया, वर्ब है। ब्रोक एब्रप्टली, एब्रप्टली मैंने झटके नाल। क्रैक्ड, तड़क करके तोड़िया। हेसन, हेसन तो बने हेसनड, काली नाल तुरिया, हेसन मैंने काली नाल तुरना, काली विच जाना, काली करनी, कला तुरना ही नहीं, काली करनी। सो हेसन मैंने काली नाल तुरिया, क्योंकि इत्थे तुरन दी गल हैगी है। सो अर्थात काली कीती या काली तुरिया। सो इनू रश्ट कहांगे, रश्ट बन गया, हरी तो हरिड बन गया। मेड हेस्ट, हेसन मैंने टू मेक हेस्ट, सो मेक हेस्ट तो मेड हेस्ट, क्योंकि ये सेकंड फॉर्म है, ठीक है। आगे चलिए, आखिरी तीन शब्द आगे। ब्लेज अर्थात पांबड़ या लाट, यह नाउन है ना, नाम हैगी है। अ स्ट्रॉन्ग फ्लेम बर्निंग ब्राइटली, बड़ी लिश्क के चमकदे होए जिहड़ी लाट हैगी है, उन्होंने उसी कहने ब्लेज। वो चाहेगा दी ब्लेज डाई डाउन, जदों लाट थम गई, मुक गई। एबॉलिश, एबॉलिश मैंने ना हटा देना, रद्द कर देना। सो एबॉलिश्ड है, हटा दिता, रद्द कर दिता। द क्रूअल लॉ वाज एबॉलिश्ड, ए वर्ब है। डिड अवे विद, सो एबॉलिश्ड है डू अवे विद, ते एबॉलिश्ड है सो डू दा बन गया डिड, डिड अवे विद। कैंसल्ड, गॉट रिड ऑफ, जे फर्स्ट फॉर्म होवे एबॉलिश ते फिर गेट रिड ऑफ, तो एबॉलिश्ड है सो गॉट रिड ऑफ, खड़ा छुड़ाना, छुटकारा, रद्द कर देना, कैंसल कर देना। फिर आगे बच्चा फ्रेलिटी, ए वर्ब है, ए नाउन है। फ्रेलिटी अर्थात कमजोरी, केड़ी कमजोरी? वीकनेस ऑफ हेल्थ एंड बॉडी, शरीरक कमजोरी या सेहत की कमजोरी, तेनू असीं फ्रेलनेस भी कह दिंदे आ। फ्रेलनेस, फ्रेलिटी ते फ्रेलनेस रलदे मिलदे ने, देखो। अर्थात नाउन दे दो रूप ने, जे कर दिए फ्रेल, टी और वाई हटा दिए, फिर बन जाएगा एडजेक्टिव कमजोर, माड़चू, जेदी सेहत बड़ी ढिल्ली है या शरीर करके कमजोर है, उनका फ्रेल। सो फ्रेलिटी कमजोरी, इनू फ्रेलनेस भी कह देंगे, डेबिलिटी, ठीक है। सो बच्चों ए सीगे इन्ने सारे शब्द, बल्कि मैं तो कहना ये होर वाले शब्द आएंगे, वो जो मैं तुहानू लैसन करावांगा, जिन्ने इन्हों ने तुहाडी एक्टिविटी वंच दिते सी, वो मैं सारे इत्ते पा दिते ने। ते बाकी जो मैं हुण लैसन करावांगा, ਉਹਦੇ ਵਿੱਚ फिर दोबारा ਤੁਹਾਨੂੰ मैं ਇਹ ਵਾਲੇ ਸ਼ਬਦਾਂ ਨੂੰ ਵੀ ਤੁਸੀਂ अर्थ देख के लियो, नोट कर लो, कंठ कर लो, याद कर लो चंगी तरह। ਤੇ ਜਦੋਂ मैं लैसन करावांगा फिर ਤੁਹਾਨੂੰ समझना सौखा हो जाएगा। ਤੇ ਉਹਦੇ ਵਿੱਚ ਹੋਰ ਵੀ ਸ਼ਬਦ ਆਣਗੇ ਜਿਨ੍ਹਾਂ ਦੇ अर्थ मैं ਤੁਹਾਨੂੰ ਨਾਲ ਨਾਲ ਦੱਸਾਂਗਾ, ਤੇ ਤੁਸੀਂ ਫਿਰ ਉਹ ਵੀ ਨੋਟ ਕਰਦੇ ਜਾਣੇ ਨੇ। ਸੋ ਇਸੇ ਤਰ੍ਹਾਂ ਡਟ ਕੇ ਨਿਰੰਤਰਤਾ ਦੇ ਨਾਲ, ਮਿਹਨਤ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਪਿਆਰੇ ਬੱਚਿਓ। ਅਗਲੀ ਵੀਡੀਓ ਤੱਕ ਲਈ ਗੁੱਡ ਬਾਏ।